ਤੋਂ ਪਹਿਲਾਂ ਜਿਹੜਾ ਸਪੈਸ਼ਲ ਕੈਂਪੇਨ ਆਪਾਂ ਡਰੱਗਸ ਦੇ ਖਿਲਾਫ ਚਲਾਈ ਹੋਈ ਹੈ ਮਾਨਯੋਗ ਸੀਐਮ ਸਾਹਿਬ ਦੇ ਹੁਕਮਾਂ ਤੇ, ਉਹ ਇਸ ਹਫਤੇ ਦੇ ਵਿੱਚ ਜਿਹੜੀ ਅਲੱਗ-ਅਲੱਗ ਜਗ੍ਹਾ ਦੇ ਉੱਤੇ ਜਿੰਨੀ ਡਰੱਗਸ ਦੀ ਰਿਕਵਰੀ ਹੋਈ ਹੈ, ਸੋ ਸਭ ਤੋਂ ਪਹਿਲਾਂ FIR ਜਿਹੜੀਆਂ ਇਸ ਹਫਤੇ 'ਚ ਦਰਜ ਹੋਈਆਂ 231 FIR ਦਰਜ ਹੋਈਆਂ, ਜਿਹਦੇ 'ਚ 301 ਅਕਿਊਜ਼ਡ ਜਿਹੜੇ ਨੇ ਅਰੈਸਟ ਹੋਏ ਆ। ਫਰਦਰ ਜਦੋਂ ਆਪਾਂ ਇਹਨੂੰ ਕੈਟੇਗਰਾਈਜ਼ ਕਰਦੇ ਹਾਂ ਕਮਰਸ਼ੀਅਲ ਕੁਆਂਟਿਟੀ 'ਚ, ਮੀਡੀਅਮ ਕੁਆਂਟਿਟੀ 'ਚ ਅਤੇ ਸਮਾਲ ਕੁਆਂਟਿਟੀ ਦੇ ਵਿੱਚ, ਤਾਂ ਕਮਰਸ਼ੀਅਲ ਕੁਆਂਟਿਟੀ ਦੇ ਵਿੱਚ 23 FIR ਦਰਜ ਹੋਈਆਂ, ਜਿਹਦੇ 'ਚ 36 ਜਿਹੜੇ ਨੇ ਵੱਡੇ ਸਮਗਲਰ ਅਰੈਸਟ ਹੋਏ ਆ। ਮੀਡੀਅਮ ਕੁਆਂਟਿਟੀ ਦੇ ਵਿੱਚ 176 FIR ਦਰਜ ਹੋਈਆਂ, ਸਮਾਲ ਕੁਆਂਟਿਟੀ ਦੇ ਵਿੱਚ 32 FIR ਦਰਜ ਹੋਈਆਂ। ਟੋਟਲ ਜਿਹੜੀਆਂ FIR ਦਰਜ ਹੋਈਆਂ ਜ਼ਿਲ੍ਹਾਵਾਰ, ਸਭ ਤੋਂ ਵੱਧ FIR ਫਿਰੋਜ਼ਪੁਰ 'ਚ 17 ਦਰਜ ਹੋਈਆਂ, CP ਲੁਧਿਆਣਾ ਦੇ ਵਿੱਚ 15 ਅਤੇ ਬਟਾਲਾ ਦੇ ਵਿੱਚ 14 FIR ਦਰਜ ਹੋਈਆਂ। ਕਮਰਸ਼ੀਅਲ ਕੁਆਂਟਿਟੀ ਦੀਆਂ FIR ਜਿਹੜੀਆਂ ਨੇ STF ਜਿਹੜੀ SAS ਨਗਰ ਦੇ ਵਿੱਚ ਪੁਲਿਸ ਸਟੇਸ਼ਨ ਆ, ਉੱਥੇ 3 FIR ਦਰਜ ਹੋਈਆਂ, CP ਲੁਧਿਆਣਾ 'ਚ 2 ਅਤੇ ਬਰਨਾਲਾ ਦੇ ਵਿੱਚ 2 FIR ਦਰਜ ਹੋਈਆਂ। ਕੁਆਂਟਿਟੀ ਵਾਈਜ਼ ਹੈਰੋਇਨ ਦੀ 4 ਕਿਲੋ ਦੀ ਰਿਕਵਰੀ ਹੋਈ ਹੈ, OPM ਦੀ 6 ਕਿਲੋ ਦੇ ਲਗਭਗ ਰਿਕਵਰੀ ਹੋਈ ਹੈ, 1012 ਕਿਲੋ ਦੀ ਰਿਕਵਰੀ ਜਿਹੜੀ ਆ ਉਹ ਪੌਪੀ ਹਸਕ ਦੀ ਹੋਈ ਹੈ, 37 kg ਜਿਹੜੀ ਆ ਗਾਂਜਾ ਦੀ ਰਿਕਵਰੀ ਹੈ, ਨਾਰਕੋਟਿਕ ਪਾਊਡਰ ਦੀ 2 ਕਿਲੋ ਦੀ ਰਿਕਵਰੀ ਹੈ, ਔਰ ਡਰੱਗ ਮਨੀ ਜਿਹੜੀ ਆ 7,45,486 ਰੁਪਏ ਦੀ ਡਰੱਗ ਮਨੀ ਦੀ ਰਿਕਵਰੀ ਹੋਈ ਹੈ। ਟੈਬਲੇਟਸ ਕੈਪਸੂਲਸ ਜਿਹੜੇ ਮੈਡੀਕਲ ਡਰੱਗਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ 71,209 ਦੀ ਰਿਕਵਰੀ ਹੋਈ ਹੈ ਮੈਡੀਕਲ ਡਰੱਗਸ ਦੀ। POs ਦੇ ਖਿਲਾਫ ਔਰ ਅਬਸਕੌਂਡਰਸ ਦੇ ਖਿਲਾਫ ਜਿਹੜੇ NDPS ਐਕਟ ਦੇ ਖਿਲਾਫ ਸਪੈਸ਼ਲ ਜਿਹੜਾ ਮੁਹਿੰਮ ਚਲਾਈ ਜਾ ਰਹੀ ਹੈ, ਜਿਹਦੇ 'ਚ ਹਰ ਹਫਤੇ ਦੇ ਵਾਂਗੂ ਇਸ ਹਫਤੇ 'ਚ ਵੀ 15 ਜਿਹੜੇ PO ਨੇ ਉਹ ਅਰੈਸਟ ਹੋਏ ਆ, ਔਰ ਟੋਟਲ ਜਿਹੜੇ ਨੇ 459 PO ਹੁਣ ਤੱਕ ਜਿਹੜੇ NDPS ਐਕਟ ਤੇ ਡਰੱਗਸ ਦੇ ਵਿੱਚ ਜਿਹੜੇ ਨੇ ਉਹ ਪੂਰੇ ਪੰਜਾਬ ਦੇ ਵਿੱਚ ਅਰੈਸਟ ਹੋਏ ਆ। ਸੋ ਇਹ ਡਰੱਗਸ ਫਰੰਟ ਤੇ ਜਿਹੜੀ ਆ ਰਿਕਵਰੀ ਹੈ ਸਾਡੀ। ਕੋਈ ਡਰੱਗਸ ਬਾਰੇ ਕੋਈ ਕੁਐਸਚਨ ਹੈਗਾ ਤਾਂ ਤੁਸੀਂ ਪੁੱਛ ਸਕਦੇ ਹੋ, ਫਿਰ ਮੈਂ ਅਗਲਾ ਇੱਕ ਪਾਰਟ ਜਿਹੜਾ ਹੋਰ ਆ ਉਹ ਤੇ ਮੈਂ ਆਪਣੇ ਆਪ ਤੁਹਾਨੂੰ ਬਰੀਫ ਕਰਾਂਗਾ। ਕੋਈ ਡਰੱਗਸ ਤੇ ਤਾਂ ਨਹੀਂ ਕਿਸੇ ਦਾ ਕੋਈ ਕੁਐਰੀ ਹੈਗੀ? ਦੇਖੋ, ਦੂਸਰਾ ਜਿਹੜਾ ਮੁੱਦਾ ਹੈ ਉਹ ਹੈਗਾ ਆਰਮਸ ਦਾ ਜਿਹੜਾ ਮੁੱਦਾ ਹੈ, ਉਹ ਕਾਫੀ ਉਹਦੇ ਤੇ ਕਈ ਤਰ੍ਹਾਂ ਦੀਆਂ ਕਨਫਿਊਜ਼ਨਸ ਆ, ਕਈ ਤਰ੍ਹਾਂ ਦੀ ਐਂਬੀਗੁਇਟੀ ਆ। ਸੋ ਕੁਝ ਚੀਜ਼ਾਂ ਜਿਹੜੀਆਂ ਨੇ ਮੈਂ ਉਹ ਕਲੀਅਰ ਕਰ ਦੇਣਾ ਚਾਹੁੰਦਾ ਕਿ ਆਰਮਸ ਐਕਟ ਦੇ ਵਿੱਚ ਇੱਕ ਤਾਂ ਇਹ ਬਹੁਤ ਵੱਡੀ ਗਲਤਫਹਿਮੀ ਹੈ ਕਿ ਸ਼ਾਇਦ ਲਾਇਸੈਂਸ ਬਣਾਉਣੇ ਬਿਲਕੁਲ ਬੰਦ ਕਰ ਦਿੱਤੇ ਗਏ, ਇਹੋ ਜਿਹੀ ਕੋਈ ਪ੍ਰੋਵੀਜ਼ਨ ਨਹੀਂ ਹੈ। ਆਰਮਸ ਐਕਟ ਦੀ ਜਿਹੜੀਆਂ ਧਾਰਾਵਾਂ ਉਹਦੇ ਤਹਿਤ ਜਿਹੜੇ ਇਸ਼ੂਐਂਸ ਆਫ ਲਾਇਸੈਂਸਿਸ ਦੇ ਉੱਤੇ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਹੈ। ਜਿੱਥੇ ਵੀ ਕਿਸੇ ਨੂੰ ਨੀਡ ਬੇਸਡ, ਥ੍ਰੈਟ ਬੇਸਡ ਜਾਂ ਜਿਹੜਾ ਉਸ ਜਿਹੜੀਆਂ ਕੰਡੀਸ਼ਨਸ ਨੂੰ ਫੁੱਲਫਿਲ ਕਰਦਾ ਹੈ ਉਹਨੂੰ ਲਾਇਸੈਂਸ ਜਿਹੜਾ ਇਸ਼ੂ ਕੀਤਾ ਜਾ ਸਕਦਾ ਹੈ। ਸੋ ਦੂਸਰਾ ਹੈਗਾ ਕੈਰੀ ਕਰਨ ਦੇ ਉੱਤੇ। ਸੋ ਕੈਰੀ ਕਰਨ ਦੇ ਉੱਤੇ ਵੀ ਬਹੁਤ ਵੱਡੀ ਕਨਫਿਊਜ਼ਨ ਹੈ। ਕੈਰੀ ਕਰਨ ਦੇ ਵਿੱਚ ਇਹ ਹੈ ਕਿ ਡਿਸਪਲੇ ਜਿਹੜਾ ਹੈ, ਗਲੋਰੀਫਿਕੇਸ਼ਨ ਅਲਾਉਡ ਨਹੀਂ ਹੈ, ਪਰ ਸੈਲਫ ਡਿਫੈਂਸ ਦੇ ਵਿੱਚ ਕੋਈ ਬੰਦਾ ਆਪਣਾ ਵੈਪਨ ਜਿਹੜਾ ਹੈ ਜਿਸ ਤਰੀਕੇ ਦੇ ਨਾਲ, ਐਗਜ਼ਾਮਪਲ ਮੈਂ ਜਿੱਦਾਂ ਦਿੰਦਾ ਕਿ ਹੁਣ ਪਿਸਟਲ ਜਿਹੜਾ ਹੁੰਦਾ ਹੈ ਜਾਂ ਰਿਵਾਲਵਰ ਆ, ਉਹ ਨੋਰਮਲੀ ਡੱਬ ਦੇ ਵਿੱਚ ਲੱਗਿਆ ਹੋਣਾ ਚਾਹੀਦਾ ਹੈ। ਜੇ ਉਹਨੂੰ ਹੱਥ 'ਚ ਫੜ ਕੇ ਕੋਈ ਡਿਸਪਲੇ ਕਰ ਰਿਹਾ ਅਨਨੈਸੈਸਰੀ ਬਿਨਾਂ ਗੱਲ ਤੋਂ, ਤਾਂ ਉਹ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ ਆਪਾਂ ਗਲੋਰੀਫਿਕੇਸ਼ਨ ਆ। ਵੱਡਾ ਜਿਹੜਾ ਵੈਪਨ ਆ, ਕੋਈ ਗਨ ਆ ਵੱਡੀ ਜਿਹੜੀ ਕਿ ਮਤਲਬ ਜਿਹਨੂੰ ਕੈਰੀ ਹੀ ਕਰਨਾ ਹੱਥ ਦੇ ਵਿੱਚ ਜ਼ਰੂਰੀ ਹੋ ਜਾਂਦਾ ਹੈ, ਸੋ ਉਹਨੂੰ ਕੈਰੀ ਕੀਤਾ ਜਾ ਸਕਦਾ ਹੈ, ਬਟ ਉਹਦੀ ਜਿਹੜੀ ਨੀਅਤ ਆ ਜਿਹੜੀ ਉਹ ਸੈਲਫ ਡਿਫੈਂਸ ਦੀ ਹੋਣੀ ਚਾਹੀਦੀ ਹੈ, ਉਹ ਥ੍ਰੈਟਨਿੰਗ ਵੇ ਆਊਟ ਨਹੀਂ ਹੋਣਾ ਚਾਹੀਦਾ ਉਹਦਾ। ਦੂਸਰਾ ਜਿਹੜਾ ਇੱਕ ਹੋਰ ਇਸ਼ੂ ਹੈਗਾ ਕਿ ਜਿਹੜੇ ਵੈਪਨਸ ਦਾ, ਜਿੱਦਾਂ ਹੁਣ ਪਿੱਛੇ ਜੇ ਆਪਾਂ ਦੇਖਿਆ, ਕਿਉਂਕਿ ਵੈਪਨ ਜਿਹੜਾ ਹੈ ਆਰਮਸ ਐਕਟ ਦੇ ਤਹਿਤ ਕਿਸੇ ਨੂੰ ਜਾਰੀ ਕੀਤਾ ਜਾਂਦਾ ਹੈ, ਔਰ ਇਹ ਤਵੱਜੋ ਕੀਤੀ ਜਾਂਦੀ ਹਰ ਸਿਟੀਜ਼ਨ ਤੋਂ ਕਿ ਉਹ ਵੈਪਨ ਸਿਰਫ ਤੇ ਸਿਰਫ ਸੈਲਫ ਡਿਫੈਂਸ ਵਰਤੇਗਾ, ਔਰ ਕਈ ਥਾਵਾਂ 'ਤੇ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਵੀ ਪੈਂਦੀ ਆ। ਦੋ ਤਰ੍ਹਾਂ ਦੇ ਬੰਦੇ ਆ, ਇੱਕ ਤਾਂ ਆਪ ਜਿਹਦੇ ਕੋਲ ਲਾਇਸੈਂਸ ਆ ਉਹ ਕੈਰੀ ਕਰ ਸਕਦਾ, ਇੱਕ ਜਿਹਨੂੰ ਰਿਟੇਨਰਸ਼ਿਪ ਦਿੱਤੀ ਹੋਵੇ। ਜਿੱਦਾਂ ਪਿੱਛੇ ਤੁਸੀਂ ਦੇਖਿਆ ਹੋਣਾ ਅੰਮ੍ਰਿਤਸਰ ਰੂਰਲ ਦੇ ਵਿੱਚ ਪੈਟਰੋਲ ਪੰਪ ਦੇ ਉੱਤੇ ਲੁਟੇਰੇ ਲੁੱਟਣ ਵਾਸਤੇ ਆਏ ਸੀਗੇ, ਤਾਂ ਸਿਕਿਉਰਿਟੀ ਗਾਰਡ ਨੇ ਗੋਲੀ ਚਲਾਈ, ਜਿਹਦੇ ਵਿੱਚ ਪ੍ਰੋਟੈਕਸ਼ਨ ਵੀ ਹੋ ਗਈ, ਇੱਕ ਲੁਟੇਰੇ ਦੀ ਮੌਤ ਵੀ ਹੋ ਗਈ। ਸੋ ਉਹ ਸੈਲਫ ਡਿਫੈਂਸ ਚਾਹੁੰਦਾ ਵਾ। IPC ਦੇ ਵਿੱਚ ਧਾਰਾ ਜਿਹੜੀ ਆ 97 ਤੋਂ ਲੈ ਕੇ 106 ਤੱਕ IPC 'ਚ ਬਕਾਇਦਾ ਸੈਕਸ਼ਨ ਨੇ ਜਿਹਦੇ ਵਿੱਚ ਰਾਈਟ ਟੂ ਸੈਲਫ ਡਿਫੈਂਸ ਦੀ ਪ੍ਰੋਵੀਜ਼ਨ ਆ, ਪ੍ਰਾਈਵੇਟ ਡਿਫੈਂਸ ਦੀ ਪ੍ਰੋਵੀਜ਼ਨ ਆ। ਉਹਦੇ ਵਿੱਚ ਕੋਈ ਵੀ ਬੰਦਾ ਉਹ 'ਚ ਅਲੱਗ-ਅਲੱਗ ਉਹਦੇ 'ਚ ਕੈਟੇਗਰਾਈਜ਼ ਕੀਤਾ ਹੈ ਕਿਸ ਤਰ੍ਹਾਂ ਦਾ ਥ੍ਰੈਟ ਹੋਵੇ ਅਤੇ ਕਿਸ ਤਰ੍ਹਾਂ ਬੰਦਾ ਵੈਪਨ ਨੂੰ ਯੂਜ਼ ਕਰ ਸਕਦਾ ਜਾਂ ਆਪਣੀ ਸੈਲਫ ਪ੍ਰੋਟੈਕਸ਼ਨ ਵਾਸਤੇ ਕਿਸ ਤਰ੍ਹਾਂ ਯੂਜ਼ ਕਰ ਸਕਦਾ। ਜਿੱਦਾਂ ਉਹਦੇ ਵਿੱਚ ਰੋਬਰੀ ਡਿਕੋਇਟੀ ਦਾ ਜਿਹੜਾ ਸੀਗਾ ਉਹ ਅਟੈਂਪਟ ਸੀਗੀ, ਉਹ ਸੈਕਸ਼ਨ ਦੇ ਵਿੱਚ ਕਵਰ ਹੁੰਦਾ ਹੈ। ਸੋ ਵੈਪਨ ਨੂੰ ਸੈਲਫ ਡਿਫੈਂਸ ਦੇ ਵਿੱਚ ਯੂਜ਼ ਕਰਨਾ ਜਾਂ ਵੈਪਨ ਨੂੰ ਸੈਲਫ ਡਿਫੈਂਸ ਵਾਸਤੇ ਕੈਰੀ ਕਰਨਾ ਉਹ ਕੋਈ ਕਾਨੂੰਨੀ ਤੌਰ 'ਤੇ ਜੁਰਮ ਨਹੀਂ ਹੈਗਾ।
ਦੂਸਰੀ ਗੱਲ ਜਿਹੜੀ ਆ ਵੈਰੀਫਿਕੇਸ਼ਨ ਦਾ ਬਹੁਤ ਸਾਰੀ ਕਨਫਿਊਜ਼ਨ ਹੈ। ਵੈਰੀਫਿਕੇਸ਼ਨ ਦੇ ਵੀ ਕਈ ਪਰਪਸ ਨੇ। ਸੈਕਸ਼ਨ 70 ਨਾ ਆਮ ਐਕਟ ਦੇ ਵਿੱਚ, ਜਿਹਦੇ ਤਹਿਤ ਆਪਾਂ ਵੈਰੀਫਾਈ ਕਰਦੇ ਹਾਂ, ਜਿਹਦੇ 'ਚ ਸਭ ਤੋਂ ਪਹਿਲਾਂ ਤਾਂ ਇਹੀ ਵੈਰੀਫਾਈ ਕਰਨਾ ਹੁੰਦਾ ਕਿ ਜਿਹੜਾ ਐਡਰੈਸ ਬੰਦੇ ਨੇ ਦਿੱਤਾ ਹੈ ਕਿਤੇ ਉਹ ਗਲਤ ਐਡਰੈਸ ਤਾਂ ਨਹੀਂ ਦਿੱਤਾ। ਕਈ ਵਾਰੀ ਕਈ ਬੰਦੇ ਹੁੰਦੇ ਆ ਉਹ ਸਟੇਟ ਛੱਡ ਕੇ ਚਲੇ ਜਾਂਦੇ ਆ, ਆਪਣਾ ਐਡਰੈਸ ਚੇਂਜ ਕਰ ਲੈਂਦੇ ਆ, ਜਾਂ ਕੋਈ ਦੂਸਰੀ ਗਲਤੀ ਜਿਹੜੀ ਹੈਗੀ ਆ। ਇਸ ਤੋਂ ਇਲਾਵਾ ਇੱਕ ਹੋਰ ਇਸ਼ੂ ਆ ਹੇਟ ਕ੍ਰਾਈਮ ਦਾ। ਸੋ ਹੇਟ ਕ੍ਰਾਈਮ ਦੀ ਜਿਹੜੀ ਡੈਫੀਨੇਸ਼ਨ ਆ, ਹੇਟ ਸਪੀਚ ਦੀ ਜਿਹੜੀ ਡੈਫੀਨੇਸ਼ਨ ਆ, ਉਹ ਬੜੀ ਬਰੋਡ ਆ ਡੈਫੀਨੇਸ਼ਨ ਆ। ਉਹਦੇ 'ਚ ਵੀ ਸਾਰਿਆਂ ਨੂੰ ਇਹ ਕਿਹਾ ਗਿਆ ਹੈ ਕਿ ਜਿੱਥੇ ਕੋਈ ਇੱਦਾਂ ਦਾ ਮੁੱਦਾ ਆਉਂਦਾ ਹੈ, ਪ੍ਰੋਪਰ ਲਾਅ ਆਫਿਸਰ ਹਰ ਜ਼ਿਲ੍ਹੇ ਦੇ ਵਿੱਚ ਨੇ, ਪੁਲਿਸ ਹੈੱਡਕੁਆਟਰ 'ਤੇ ਵੀ ਲਾਅ ਆਫਿਸਰ ਹੈਗਾ, ਉਹਨਾਂ ਨਾਲ ਡਿਸਕਸ ਕਰਕੇ ਜੇ ਉਹ IPC ਦੀਆਂ ਪ੍ਰਿਜ਼ਨਸ ਦੇ ਵਿੱਚ ਆਉਂਦਾ ਹੈ, ਮੋਸਟਲੀ ਆਪਾਂ 153A ਜਾਂ 295 ਦੇ ਜਿਹੜੇ ਸੈਕਸ਼ਨਸ ਆ ਉਹ ਯੂਜ਼ ਕਰਦੇ ਆ। ਸੋ ਬਕਾਇਦਾ ਲੀਗਲ ਓਪੀਨੀਅਨ ਲੈ ਕੇ, ਮੀਨਸ ਰਾਏ ਕਰਕੇ, ਵਰਬਲੀ ਔਰ ਰਿਟਨ ਦੇ ਵਿੱਚ ਲੈ ਕੇ ਫਿਰ ਕਾਰਵਾਈ ਕੀਤੀ ਜਾਵੇ। ਸੋ ਇਹ ਕੁਛ ਕਲੈਰੀਫਿਕੇਸ਼ਨਸ ਜਿਹੜੀਆਂ ਦੇਣੀਆਂ ਜ਼ਰੂਰੀ ਸੀਗੀਆਂ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਕਲੈਰੀਫਿਕੇਸ਼ਨ ਨਹੀਂ ਸੀਗੀ, ਜਿੱਦਾਂ ਡਿਸਪਲੇ ਆਫ ਵੈਪਨਸ ਤੇ ਜਾਂ ਗਲੋਰੀਫਿਕੇਸ਼ਨ ਆਫ ਵੈਪਨਸ ਤੇ। ਸੋ ਪੁਲਿਸ ਦਾ ਜਿਹੜਾ, ਸਰਕਾਰ ਦਾ ਤੇ ਪੁਲਿਸ ਦਾ ਜਿਹੜਾ ਮੋਟਿਵ ਆ, ਉਹ ਇਨਡਿਸਕ੍ਰਿਮੀਨੇਟ ਕਿਸੇ ਦੇ ਖਿਲਾਫ ਐਕਸ਼ਨ ਲੈਣਾ ਨਹੀਂ ਹੈ। ਇਹ ਨਹੀਂ ਹੈ ਕਿ ਇਨਡਿਸਕ੍ਰਿਮੀਨੇਟਲੀ FIR ਦਰਜ ਕੀਤੀ ਜਾਵੇ। ਮੰਤਵ ਇਹ ਹੈ ਕਿ ਜਿਹੜੇ ਬੈਡ ਐਲੀਮੈਂਟਸ ਨੇ, ਜਿਹੜੇ ਬੁਰੇ ਅਨਸਰ ਨੇ, ਜਾਂ ਜਿਹੜੇ ਬੱਚੇ ਜਾਂ ਸਾਡੇ ਜਿਹੜੇ ਸੁਸਾਇਟੀ ਨੂੰ ਜਿਹੜੇ ਗਲਤ ਤਰੀਕੇ ਦੇ ਨਾਲ ਪ੍ਰਭਾਵਿਤ ਕਰਦੇ ਨੇ, ਉਹਨਾਂ ਚੀਜ਼ਾਂ ਦੇ ਉੱਤੇ ਐਕਸ਼ਨ ਲਿਆ ਜਾਵੇ। ਸੋ ਇਹ ਮੋਟਿਵ ਆ। ਇਹਦੇ 'ਚ ਕੋਈ ਐ ਨਹੀਂ ਕਿ ਇੱਕਦਮ ਕੋਈ ਐਕਸ਼ਨ ਲੈ ਲੈਣਾ ਹੈ, ਪ੍ਰੋਪਰ ਚੈੱਕ ਕਰਕੇ ਫਿਰ ਹੀ ਫਰਦਰ ਐਕਸ਼ਨ ਲੈਣਾ। ਸਰ ਕਨਫਿਊਜ਼ਨ ਹੈ ਕਿ ਜਿਹੜੇ ਕਈ ਸਾਲਾਂ ਤੋਂ, ਜਿੱਦਾਂ 4-5 ਸਾਲਾਂ ਤੋਂ ਗੱਲ ਲੈ ਕੇ ਸੋਸ਼ਲ ਮੀਡੀਆ ਤੇ ਪਾਈ ਹੋਈ, ਕਿਉਂਕਿ ਲੋਕਾਂ ਨੂੰ ਹਜੇ ਵੀ ਅਵੇਅਰਨੈਸ ਨਹੀਂ ਹੈ ਉਹਦੇ ਤੇ ਵੀ। ਦੇਖੋ ਇਹਦੇ ਇਸੇ ਲਈ ਜਿਹੜਾ ਟਾਈਮ ਦਿੱਤਾ ਗਿਆ ਸੀਗਾ, ਤਦੇ ਹੀ ਮੈਂ ਕਹਿ ਰਿਹਾ ਕਿ ਜਦੋਂ ਵੀ ਕੋਈ ਕੰਪਲੇਂਟ ਆਉਂਦੀ ਆ ਜਾਂ ਜਦੋਂ ਕੋਈ ਇਸ਼ੂ ਸਾਹਮਣੇ ਆਉਂਦਾ, ਇੱਕ ਵਾਰੀ ਵੈਰੀਫਾਈ ਜ਼ਰੂਰ ਕਰ ਲਿਆ ਜਾਵੇ ਕਿ ਬਕਾਇਦਾ, ਹੁਣ ਜਿੱਦਾਂ ਤੁਸੀਂ ਗੱਲ ਕੀਤੀ, ਕੋਈ ਪੁਰਾਣੀ ਕਿਸੇ ਦੀ ਮੰਨ ਲਓ ਵੀਡੀਓ ਆ, ਪੁਰਾਣੀ ਕਿਸੇ ਦੀ ਫੋਟੋ ਆ, ਉਸ ਬੰਦੇ ਨੂੰ ਹੀ ਨਹੀਂ ਪਤਾ, ਮੇ ਵੀ ਕਿਤੇ ਨਾ ਕਿਤੇ। ਦੇਖੋ ਦੋ ਤਰੀਕੇ ਨਾਲ ਹੋ ਸਕਦੀ ਨਾ, ਇੱਕ ਤਾਂ ਉਹਦੇ ਆਪਣੇ ਅਕਾਊਂਟ ਤੋਂ ਹੋ ਸਕਦੀ ਹੈ, ਜੇ ਕਿਸੇ ਦਾ ਆਪਣਾ ਅਕਾਊਂਟ ਆ ਉਹਦੇ ਤੇ ਆ, ਉਹ ਵੀ ਇਸੇ ਲਈ ਆਪਾਂ ਟਾਈਮ ਦਿੱਤਾ ਸੀ ਕਿ ਇੱਕ ਅਵੇਅਰਨੈਸ ਕ੍ਰੀਏਟ ਹੋਵੇ, ਹਰ ਇੱਕ ਬੰਦਾ ਆਪਣਾ ਅਕਾਊਂਟਸ ਚੈੱਕ ਕਰ ਲਵੇ, ਜੇ ਉਹਦੇ ਆਪਣੇ ਅਕਾਊਂਟਸ ਤੇ ਆ ਉਹਨੂੰ ਆਪਣੇ ਆਪ ਡਿਲੀਟ ਕਰ ਦੇਵੇ। ਜੇ ਕਿਤੇ ਹੋਰ ਵੀ ਕਿਸੇ ਦੇ ਨੋਟਿਸ ਚਾਹੁੰਦਾ, ਦੇਖੋ ਮੇਨ ਜਦੋਂ ਆਪਾਂ ਕ੍ਰਾਈਮ ਦੀ ਗੱਲ ਕਰਦੇ ਆ ਨਾ, ਉਹ 'ਚ ਸਭ ਤੋਂ ਇੰਪੋਰਟੈਂਟ ਮੈਨਜ਼ਰੀਆ ਹੁੰਦਾ ਹੈ ਕਿ ਬੰਦੇ ਦੀ ਮਨਸ਼ਾ ਕੀ ਹੈ। ਜੇ ਤਾਂ ਉਹਦਾ ਕਿਤੇ ਘੁੰਮ ਰਿਹਾ ਹੈ, ਤੁਸੀਂ ਮੰਨ ਲਓ ਕਿਸੇ ਇਹ ਦੀ ਕੋਈ ਵੀਡੀਓ ਆ ਜਾਂ ਕਿਸੇ ਦੀ ਫੋਟੋ ਕਿਤੇ ਸੋਸ਼ਲ ਮੀਡੀਆ ਤੇ ਘੁੰਮ ਰਹੀ ਹੈ, ਜੇ ਤੁਸੀਂ ਉਹਦੇ ਨੋਟਿਸ 'ਚ ਲਿਆ ਦਿਓ, ਜਿਹਦੀ ਵੀ ਸਾਈਟ ਤੋਂ ਜਾਂ ਜਿਹਦੇ ਵੀ ਅਕਾਊਂਟ ਤੋਂ ਆ, ਉਹ ਉਹਨੂੰ ਰਿਕੁਐਸਟ ਕਰੇ ਵੀ ਮੇਰੀ ਡਿਲੀਟ ਕਰੋ ਜੀ ਇਸ ਚੀਜ਼ ਨੂੰ ਤੁਸੀਂ। ਸੋ ਤਦੇ ਮੈਂ ਬਾਰ-ਬਾਰ ਉਸ ਚੀਜ਼ ਨੂੰ ਰਿਪੀਟ ਕਰ ਰਿਹਾ ਕਿ ਇਹਦਾ ਕੋਈ ਮੋਟਿਵ ਇਹ ਨਹੀਂ ਹੈ ਕਿ ਇਨਡਿਸਕ੍ਰਿਮੀਨੇਟ FIR ਦਰਜ ਕਰਨੀ। ਇਹਦਾ ਮੋਟਿਵ ਆ ਕਿ ਡੈਟਰੈਂਟ ਇੱਕ ਇਫੈਕਟ ਕ੍ਰੀਏਟ ਕਰਨਾ ਕਿ ਇਸ ਚੀਜ਼ ਨੂੰ ਗਲੋਰੀਫਾਈ ਨਾ ਕੀਤਾ ਜਾਵੇ। ਦੇਖੋ ਲਾਇਸੈਂਸਿਸ ਇਨਵੋਕ ਜਾਂ ਸਸਪੈਂਸ਼ਨ ਦਾ ਸੈਂਟਰਲਾਈਜ਼ਡ ਡੇਟਾ ਅਜੇ ਸਾਡੇ ਕੋਲ ਨਹੀਂ ਹੈਗਾ। ਟੋਟਲ ਜਿਹੜੇ ਲਾਇਸੈਂਸਿਸ ਨੇ ਪੰਜਾਬ ਦੇ ਵਿੱਚ ਕਰੀਬ 3,45,000 ਦੇ ਆਸ-ਪਾਸ ਲਾਇਸੈਂਸਿਸ ਨੇ। ਜ਼ਿਲ੍ਹਾਵਾਰ ਉਹਨਾਂ ਦੀਆਂ ਲਿਸਟਾਂ ਬਣਾ ਲਈਆਂ ਗਈਆਂ ਨੇ। ਕਿੰਨੇ ਲਾਇਸੈਂਸਿਸ ਨੇ ਜਿਹੜੇ ਉਹ ਇੱਕ ਵੈਪਨ, ਇੱਕ ਹੋਰ ਇੱਕ ਪ੍ਰੋਵੀਜ਼ਨ ਹੈ ਲਾਅ ਦੇ ਵਿੱਚ ਕਿ 2019 'ਚ ਜਦੋਂ ਅਮੈਂਡਮੈਂਟ ਹੋਈ ਸੀਗੀ ਤਾਂ ਉਹ 'ਚ ਪ੍ਰੋਵੀਜ਼ਨ ਸੀਗੀ ਕਿ ਇੱਕ ਲਾਇਸੈਂਸ ਦੇ ਉੱਤੇ 2 ਤੋਂ ਵੱਧ ਵੈਪਨ ਨਹੀਂ ਹੋ ਸਕਦੇ। ਪਹਿਲਾਂ 3 ਹੁੰਦੇ ਸੀ, 19 ਤੋਂ ਬਾਅਦ 2 ਹੋ ਗਏ। ਤਾਂ ਉਹਦੇ ਵਿੱਚ 1 ਸਾਲ ਦਾ ਪੀਰੀਅਡ ਸੀਗਾ ਕਿ ਇੱਕ ਵੈਪਨ ਸਰੈਂਡਰ ਕਰਨ ਦਾ ਔਰ ਫਿਰ ਉਹਨੂੰ ਡੀ ਲਾਇਸੈਂਸ ਕਰਨ ਦਾ। ਉਹ ਕਈਆਂ ਨੇ ਉਹ ਵੈਪਨ ਡਿਪੋਜ਼ਿਟ ਨਹੀਂ ਕਰਵਾਏ ਸੀਗੇ। ਸੋ ਉਹ ਵੀ ਹੁਣ ਦੁਬਾਰਾ ਤੋਂ ਜਦੋਂ ਸ਼ੁਰੂ ਕੀਤਾ, ਉਸ ਐਵਜ 'ਚ ਕਈ ਵੈਪਨ ਲਾਇਸੈਂਸ ਜਿਹੜੇ ਸਸਪੈਂਡ ਹੋ ਗਏ। ਗਿੱਲ ਸਾਹਿਬ ਜਿਹੜਾ ਇੱਕ ਮਿੰਟ ਇੱਕ ਕਰਕੇ ਗਿੱਲ ਸਾਹਿਬ ਜਿਹੜੀ ਕਿਸ ਚੀਜ਼ ਦੇ ਬਾਰੇ ਕਹਿ ਰਹੇ ਹੋ? ਦੇਖੋ ਜਿਹੜੀ ਅਜੇ ਦੇਖੋ ਇਹ ਜਿਹੜਾ ਨਾ ਇਹ ਔਨਗੋਇੰਗ ਪ੍ਰੋਸੈਸ ਆ, ਕੋਈ ਇਹੋ ਜਿਹਾ ਕੰਕਰੀਟ ਡਾਟਾ ਨਹੀਂ ਹੈਗਾ ਆਪਣੇ ਕੋਲੇ, ਬਟ ਮੋਟੇ ਤੌਰ ਤੇ ਜਿਹੜੀਆਂ ਡਿਸਪਲੇ ਕਰਨ ਦੀਆਂ FIR ਸੀਗੀਆਂ ਉਹ 137 FIR ਦਰਜ ਹੋਈਆਂ ਸੀਗੀਆਂ ਪੂਰੇ ਪੰਜਾਬ ਦੇ ਵਿੱਚ। ਔਰ ਜਿਹੜੀ ਹੇਟ ਸਪੀਚ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਉਹਦੀਆਂ 5 FIR ਉਹਦੀਆਂ ਦਰਜ ਹੋਈਆਂ ਸੀਗੀਆਂ। ਔਰ ਇੱਕ FIR ਜਿਹੜੀ ਸੀਗੀ ਉਹ ਸੌਂਗ ਮੂਵੀ ਪ੍ਰਮੋਟ ਕਰਨ ਵਾਸਤੇ ਜਿਹੜੀ ਸੀਗੀ, ਇੱਕ FIR ਉਹ ਦਰਜ ਹੋਈ। सर एक इम्पोर्टेंट सवाल है ये जो पंजाब RSD के अमृतपाल जी हैं, ऐसे कई लोग क्लेम कर रहे हैं उनको 18 लाइसेंस वेपन दिए गए हैं। आप प्लीज क्लैरिफाई करें कितने लाइसेंस वेपन? नहीं, वो मेरे को स्पेसिफिक इन्फॉर्मेशन कोई नहीं। ਗਿੱਲ ਸਾਹਿਬ 2 ਦਿਨ ਪਹਿਲਾਂ ਤੁਸੀਂ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਕਿ 2-3 ਦਿਨ ਜਿਹੜੇ ਦਿੱਤੇ ਜਾਣਗੇ ਸੋਸ਼ਲ ਮੀਡੀਆ ਤੋਂ ਹਟਾਉਣ ਵਾਸਤੇ, ਪਰ ਉਸ ਤੋਂ ਪਹਿਲਾਂ ਪੁਲਿਸ ਨੇ ਜਿਸ ਤਰੀਕੇ ਨਾਲ ਪਰਚੇ ਦਰਜ ਕੀਤੇ ਨੇ
ਕੀ ਫਿਰ ਤੁਸੀਂ ਉਹਨਾਂ ਲੋਕਾਂ ਨੂੰ ਰਿਲੀਫ ਦੋਗੇ ਵੀ ਉਹਨਾਂ ਦੇ ਨਹੀਂ ਪਰਚੇ ਨਹੀਂ ਖਿਲਾਫ ਦੇਖੋ ਲੱਗ ਪਓ? ਇਹ ਜਿਹੜਾ ਚੀਜ਼ ਹੈ ਨਾ, ਮੇਰੀ ਇੱਕ ਗੱਲ ਸਮਝੋ ਜੀ, FIR ਜਦੋਂ ਦਰਜ ਹੋ ਜਾਂਦੀ ਹੈ ਨਾ ਜੀ, ਉਸ ਤੋਂ ਬਾਅਦ ਪੁਲਿਸ ਨੇ ਪ੍ਰੋਪਰਲੀ ਉਹਨੂੰ ਇਨਵੈਸਟੀਗੇਟ ਕਰਨਾ ਹੁੰਦਾ ਹੈ। ਇਨਵੈਸਟੀਗੇਸ਼ਨ ਦੇ ਵਿੱਚ ਸਾਰੇ ਫੈਕਟਸ ਲੈ ਕੇ ਆਉਣੇ ਹੁੰਦੇ ਆ। ਮੈਂ ਇਹ ਨਹੀਂ ਕਹਿੰਦਾ ਕਿ ਉਹ FIR ਜਿਹੜੀਆਂ ਨੇ ਉਹਦਾ ਕੰਟੈਂਟ ਕੀ ਮੈਨੂੰ ਨਹੀਂ ਪਤਾ, ਪਰ 137 ਜੀ FIR ਦਰਜ ਹੋਈਆਂ, ਸਾਰੀਆਂ ਫੇਅਰਲੀ ਇਨਵੈਸਟੀਗੇਟ ਹੋਣਗੀਆਂ। ਜਿਹੜਾ ਐਜ਼ ਪਰ IPC ਐਜ਼ ਪਰ ਜਿਹੜੇ ਸੈਕਸ਼ਨ ਇਨਵੋਕ ਕੀਤੇ ਗਏ, ਜੇ ਉਹਦੀਆਂ ਪ੍ਰੋਵੀਜ਼ਨਸ ਦੇ ਵਿੱਚ ਆਉਂਦਾ ਹੋਵੇਗਾ ਤਾਂ ਬੰਦੀ ਆ, ਨਹੀਂ ਹੋਏਗਾ ਤਾਂ ਨਹੀਂ ਆਏਗਾ ਉਹਦੇ ਵਿੱਚ। ਜਿਹੜਾ ਦੂਜਾ ਕੁਐਸਚਨ ਹੈ ਤੁਹਾਡਾ, ਇੱਕ ਸੈਕਿੰਡ ਮੈਂ ਨਾਲੋਂ ਨਾਲ ਕਲੈਰੀਫਾਈ ਕਰ ਦਿੰਦਾ। ਦੂਜਾ ਕੁਐਸਚਨ ਹੈ ਕਿ ਫਿਰ ਆਪਾਂ 72 ਘੰਟੇ ਦਾ ਸਮਾਂ ਕਿਉਂ ਦਿੱਤਾ? ਜਦੋਂ ਕੋਈ ਵੀ ਮੁਹਿੰਮ ਸਟਾਰਟ ਕਰਦੇ ਆ ਨਾ, ਜਦੋਂ ਕੋਈ ਕੈਂਪੇਨ ਸਟਾਰਟ ਕਰਦੇ ਆ, ਨਾਲ ਕਈ ਵਾਰੀ ਕੁਝ ਚੀਜ਼ਾਂ ਜਿਹੜੀਆਂ ਆਪਣੇ ਨੋਟਿਸ ਜਦੋਂ ਆਉਂਦੀਆਂ, ਆਪਣਾ ਫਰਜ਼ ਬਣਦਾ ਕਿ ਉਹਨੂੰ ਟਾਈਮ ਤੇ ਠੀਕ ਵੀ ਕੀਤਾ ਜਾਵੇ। ਸੋ ਇਹਦੇ ਵਿੱਚ ਜਿਹੜਾ ਇਹ ਸਮਾਂ ਦਿੱਤਾ ਗਿਆ ਹੈ। ਗਿਲ ਸਾਹਿਬ ਮੰਨ ਲਓ ਮੈਂ ਕੋਈ ਫੋਟੋ ਪਾਈ ਹੋਈ ਹੈ, ਮੇਰੇ ਤੇ FIR ਦਰਜ ਕਰ ਲਈ ਹੈ ਤੇ ਬਾਅਦ ਦੇ ਵਿੱਚ ਤੁਸੀਂ ਸਮਾਂ ਦੇ ਰਹੇ ਹੋ, ਪਰ ਜੇ ਉਹਦੇ ਵਿੱਚ ਮੇਰਾ ਕੀ ਕਸੂਰ ਹੈ? ਤੁਸੀਂ ਉਹਨਾਂ ਲੋਕਾਂ ਮੈਂ ਉਹੀ ਤੁਹਾਨੂੰ ਕਹਿ ਰਿਹਾ ਜੀ, ਉਹ ਜਦੋਂ ਇਨਵੈਸਟੀਗੇਟ ਕਰਾਂਗੇ ਨਾ, ਉਹ ਕੇਸ ਬਾਈ ਕੇਸ ਬੇਸਿਸ ਤੇ ਫੈਸਲਾ ਕੀਤਾ ਜਾਏਗਾ। ਸਰ ਇਸ ਦੇ ਵਿੱਚ ਕੁਝ FIR ਜਿਹੜੀਆਂ ਨੇ, ਕੁਝ FIR ਤੇ ਤਾਂ ਆਰਮਸ ਐਕਟ ਲੱਗ ਰਿਹਾ, ਕੁਝ ਤੇ ਨਹੀਂ ਲੱਗ ਰਿਹਾ। ਅੰਮ੍ਰਿਤਸਰ ਦੇ ਵਿੱਚ KSI ਤੇ FIR ਹੋਈ, ਉਸ ਦੇ ਵਿੱਚ ਆਰਮਸ ਐਕਟ ਨਹੀਂ ਲੱਗਿਆ। ਬਾਕੀ ਜਿਹੜੇ ਦੇਖੋ, ਜਿੱਥੇ ਕੋਈ ਵੈਪਨ ਦਾ ਮਿਸਯੂਜ਼ ਕਰਦਾ ਹੈ ਜੀ, ਆਰਮਸ ਐਕਟ ਦਾ ਸੈਕਸ਼ਨ 25 ਆ, ਜਿੱਥੇ ਕੋਈ ਵੈਪਨ ਦਾ ਮਿਸਯੂਜ਼ ਕਰਦਾ ਹੈ, ਜਿੱਦਾਂ ਗੋਲੀ ਚਲਾ ਰਿਹਾ ਸੀ, ਉੱਤੇ ਆਰਮਸ ਐਕਟ ਲੱਗੇਗਾ। ਨਹੀਂ ਲੱਗੇਗਾ ਤਾਂ ਲੱਗੇਗਾ। ਜਿਹੜਾ ਕੋਈ ਡਿਸਪਲੇ ਗਲੋਰੀਫਿਕੇਸ਼ਨ ਦਾ ਸੀਗਾ, ਉਹ 188 ਚ ਕਈ ਕਵਰ ਹੁੰਦੇ ਆ, ਪਰ ਜਿਹੜੀ ਤੁਸੀਂ ਗੱਲ ਕਰਦੇ ਹੋ ਸਪੈਸੀਫਿਕ ਕੇਸ ਦੀ, ਜੇ ਉੱਥੇ ਆਰਮਸ ਐਕਟ ਨਹੀਂ ਲੱਗਿਆ ਤਾਂ ਉਹ ਲੱਗੇਗਾ। ਜੇ ਕੋਈ ਹਵਾਈ ਫਾਇਰਿੰਗ ਕਰਦਾ ਹੈ ਐਂਡ ਰਿਕਾਰਡਡ ਆ, ਉਹਦੇ ਵਿੱਚ ਆਰਮਸ ਐਕਟ ਲੱਗੇਗਾ। ਇਨਵੈਸਟੀਗੇਸ਼ਨ ਨਹੀਂ ਦੀ, ਵੈਰੀਫਾਈ ਕਰਕੇ ਕਿ ਵਾਕਈ ਉਹ ਕਸੂਰ ਸੀਗਾ, ਮੋਟਿਵ ਸੀਗਾ, ਫਿਰ ਕੀਤਾ। ਗਿਲ ਸਾਹਿਬ ਇਸ ਦੇ ਵਿੱਚ ਗਿਲ ਸਾਹਿਬ दर्ज हो रही है सर, वो आप सोशल मीडिया में जो स्टार्स उनके खिलाफ भी आप कर रहे हो, लेकिन जो विदेशों में बैठे जो सिंगर्स हैं वो भी अपने प्रमोट कर रहे हैं गन कल्चर को, तो उनके लिए क्या प्रावधान है? ਜੋ ਮੈਂ ਤੁਹਾਨੂੰ ਦੱਸਿਆ ਜੀ, ਲਾਅ ਦੇ ਮੁਤਾਬਕ ਹੀ ਕਾਰਵਾਈ ਹੋਣੀ। ਜਿਹੜਾ ਯੂਰਿਸਡਿਕਸ਼ਨ ਚ ਆਂਦਾ ਹੋਏਗਾ ਉਹਦੇ ਖਿਲਾਫ ਕਾਰਵਾਈ ਹੋਏਗੀ, ਕਿਉਂਕਿ ਜਿੱਥੇ ਵੀ FIR ਦਰਜ ਹੋਣੀ ਹੈ, ਯੂਰਿਸਡਿਕਸ਼ਨ ਤਾਂ ਇੱਕ ਬੜਾ ਵੱਡਾ ਕੁਐਸਚਨ ਹੁੰਦਾ ਨਾ। ਸੋ ਉਹ ਤਾਂ ਨੈਚੁਰਲੀ ਹੁਣ ਜੋ ਐਸ ਪਰ ਲਾਅ ਉਹੀ ਕਾਰਵਾਈ ਹੋਣੀ। ਬਹੁਤ ਸਾਰੇ ਸਿੰਗਰ ਨੇ ਗਾਣੇ ਕਲਚਰ ਨੂੰ ਪ੍ਰਮੋਟ ਕਰਨ ਲਈ ਗੀਤ ਗਾਏ ਹੋਏ ਆ, ਬਹੁਤ ਸਾਰੇ YouTube ਤੇ Facebook ਤੇ ਪਏ ਆ, ਚੱਲੀ ਜਾਂਦੇ ਆ। ਉਹਨਾਂ ਨੂੰ ਕੀ ਤੁਸੀਂ ਰਿਮੂਵ ਕਰੋਗੇ? ਮੈਂ ਉਹੀ ਕਹਿ ਰਿਹਾ ਜੀ, ਉਹ ਹਰ ਇੱਕ ਜਰਨਲਾਈਜ਼ਡ ਗੱਲ ਕਰਨੀ ਇੰਪੋਸੀਬਲ ਹੈ। ਹਰ ਕੇਸ ਨੂੰ ਜਿੱਥੇ ਵੀ ਕੋਈ ਕੰਪਲੇਂਟ ਆਉਂਦੀ ਹੈ ਨਾ ਜੀ, ਇੱਕ ਸੈਕਿੰਡ, ਕੇਸ ਬਾਈ ਕੇਸ ਬੇਸਿਸ ਤੇ ਹੀ ਡਿਸਕਸ ਕਰਕੇ ਡਿਸਾਈਡ ਕੀਤਾ ਜਾ ਸਕਦਾ ਵਾ। ਇੱਕ ਜਰਨਲਾਈਜ਼ਡ ਗੱਲ ਆਪਾਂ ਨਹੀਂ ਕਰ ਸਕਦੇ, ਕਿਉਂਕਿ ਜਦੋਂ ਮੈਨੂੰ ਇੱਕ ਮਿੰਟ ਬਾਅਦ ਇੱਕ ਜਵਾਬ ਪੂਰਾ ਕਰ ਲੈਂਦੇ। ਜਦੋਂ ਆਪਾਂ ਕੋਈ FIR ਦਰਜ ਕਰਦੇ ਹਾਂ, ਤੇ ਜਦੋਂ ਆਪਾਂ ਇਨਵੈਸਟੀਗੇਸ਼ਨ ਕਰਦੇ ਹਾਂ, ਪੁਲਿਸ ਤੇ ਜਿਹੜਾ ਕੋਈ ਵੀ ਪ੍ਰੋਸੀਕਿਊਸ਼ਨ ਆ, ਉਹਨੇ ਦੇਖਣਾ ਹੁੰਦਾ ਕਿ ਕੀ ਉਹ ਮੇਰੇ ਕਾਨੂੰਨ ਦੇ ਦਾਇਰੇ ਦੇ ਵਿੱਚ ਉਹਦੀਆਂ ਜਿਹੜੀਆਂ ਇਨਗਰੀਡੀਐਂਟਸ ਪੂਰੇ ਕਰਦੇ ਆ। ਜੇ ਕਰਦੇ ਹੋਣਗੇ ਕਾਰਵਾਈ ਹੋਏਗੀ ਜੀ ਇਹਦੇ ਵਿੱਚ। ਸਰ ਗਨ ਕਲਚਰ ਨੂੰ ਪ੍ਰਮੋਟ ਨੂੰ ਬੜਾ ਸਪੈਸੀਫਿਕ ਸਵਾਲ ਹੈ। ਜਿਹੜੇ ਗਾਣੇ ਗਾਉਂਦੇ ਆ ਯੂਥ ਨੂੰ ਪਸੰਦ ਨਹੀਂ ਕਰਦੇ ਆ, ਉਹ ਸਰ ਗਨ ਕਲਚਰ ਨੂੰ ਪ੍ਰਮੋਟ ਕਰਦੇ ਨੇ, ਤੁਰਦੇ ਆ ਸਾਰਾ ਸਰ, ਉਹ ਵੀ ਇੱਕ ਡਿਸਪਲੇ ਹੋ ਰਿਹਾ ਸੋਸ਼ਲ ਮੀਡੀਆ ਦੇ ਉੱਪਰ। ਮੈਂ ਕਹਿ ਰਿਹਾ ਜੀ, ਕਿਸੇ ਵੀ ਤਰ੍ਹਾਂ ਦੀ ਗਲੋਰੀਫਿਕੇਸ਼ਨ, ਚਾਹੇ ਉਹ ਗਾਣਿਆਂ ਦੀ ਫਾਰਮ 'ਚ ਹੋਵੇ, ਚਾਹੇ ਉਹ ਕਿਸੇ ਕੰਟੈਂਟ ਦੀ ਫਾਰਮ 'ਚ ਹੋਵੇ, ਜਿਹੜਾ ਉਸ ਦਾਇਰੇ ਦੇ ਵਿੱਚ ਆਉਂਦਾ ਹੈ, ਉਹਦੇ ਵਿੱਚ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਹੋਏਗੀ। ਫਿਲਮ ਨੂੰ ਸਰਟੀਫਾਈਡ ਕਰਨ ਲਈ ਸੈਂਟਰਲ ਬੋਰਡ ਹੈ। ਸੈਂਟਰਲ ਬੋਰਡ ਤੋਂ ਜਿਹੜੀ ਸਰਟੀਫਾਈਡ ਹੋ ਕੇ ਫਿਲਮ ਰਿਲੀਜ਼ ਹੋਗੀ, ਉਹ ਇੱਥੇ ਥੀਏਟਰਸ ਦੇ ਵਿੱਚ ਲੱਗਣ ਦਓਗੇ ਜਾਂ ਨਹੀਂ? ਮੈਂ ਕਹਿ ਰਿਹਾ ਜੀ, ਕੋਈ ਇੱਕ ਇਹੋ ਜਿਹਾ ਜਰਨਲਾਈਜ਼ਡ ਗੱਲ ਕਰਨੀ ਇੰਪੋਸੀਬਲ ਹੈ। ਇਟ ਇਜ਼ ਓਨਲੀ ਕੇਸ ਬਾਈ ਕੇਸ ਬੇਸਿਸ। 10 ਸਾਲ ਦੇ ਬੱਚੇ ਦੇ ਉੱਤੇ ਕੇਸ ਹੋਇਆ, ਬੰਦੂਕ ਫੜੀ ਹੋਈ ਸੀ ਉਹਨੇ ਹੱਥ ਦੇ ਵਿੱਚ, ਤੇ ਉਹਦੇ ਨਾਲ 4 ਹੋਰ ਮੈਂਬਰਸ ਦੇ ਉੱਤੇ ਵੀ ਕੇਸ ਹੋਇਆ ਇੱਕੋ ਫੋਟੋ ਦੇ ਉੱਤੇ। ਇਹ ਕਿੰਨੀ ਕੁ ਠੀਕ ਚੀਜ਼ ਹੈ? ਕਿਉਂਕਿ ਬੱਚੇ ਨਹੀਂ, ਇਹ ਗਲਤ ਹੋਇਆ ਜੀ। ਮੈਂ ਤਾਂ ਕਹਿ ਰਿਹਾ, ਅਸੀਂ ਤਾਂ ਜਿਹੜੇ ਇਨਵੈਸਟੀਗੇਟਿੰਗ ਆਫੀਸਰ ਨੇ ਕੀਤੀ, ਉਹਦੇ ਖਿਲਾਫ ਡਿਪਾਰਟਮੈਂਟ ਇਲੈਕਸ਼ਨ ਵੀ ਲਿਆ ਹੈ। ਸੋ ਇਹ ਜਿਹੜਾ ਹੋਇਆ, ਇਹੀ ਤਾਂ ਇੱਕ ਇਸ਼ੂ ਸੀਗਾ ਜਿਹਦੇ ਕਰਕੇ ਬਾਅਦ ਦੇ ਵਿੱਚ ਡਾਇਰੈਕਸ਼ਨਸ ਦੇਣੀਆਂ ਪਈਆਂ, 72 ਘੰਟੇ ਦਾ ਟਾਈਮ ਦੇਣਾ ਪਿਆ। ਕਿਉਂਕਿ ਜਦੋਂ ਆਪਾਂ ਕੋਈ ਕੰਮ ਸ਼ੁਰੂ ਕਰਦੇ ਆ ਨਾ, ਕਈ ਵਾਰੀ ਗਰਾਊਂਡ ਲੈਵਲ ਤੇ ਐਂਬੀਗੁਇਟੀ ਹੁੰਦੀ ਹੈ। ਸੋ ਉਸੇ ਨੂੰ ਦਰੁਸਤ ਕਰਨ ਵਾਸਤੇ ਉਹ ਤਾਂ ਇੱਕ ਕੇਸ ਸੀਗਾ, ਜਿਹਨੇ ਇੱਕ ਤਰ੍ਹਾਂ ਦਾ ਆਪਾਂ ਸਾਰੀਆਂ
ਦੁਬਾਰਾ ਤੋਂ ਆਪਾਂ ਨੂੰ ਰਿਵਿਊ ਕਰਕੇ 72 ਘੰਟੇ ਦਾ ਟਾਈਮ ਦੂਜੇ ਦੇਣਾ। ਪਾਸੇ ਮੰਤਰੀ ਨੇ ਅਨਮੋਲ ਗਗਨ ਮਾਨ, ਉਹਨਾਂ ਦੀਆਂ ਹਜੇ ਕੁਝ ਤਸਵੀਰਾਂ ਪਈਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਨਹੀਂ, ਉਹ ਸਾਰਿਆਂ ਨੂੰ ਹੀ ਸਮਾਂ ਦਿੱਤਾ ਗਿਆ ਜੀ ਕੰਟੈਂਟ ਹਟਾਉਣ ਦਾ। ਉਹ ਜਿੱਦਾਂ ਇਹਨਾਂ ਨੇ ਗੱਲ ਕੀਤੀ, ਕਿਸੇ ਦੇ ਆਪਣੇ ਅਕਾਊਂਟ ਤੋਂ, ਕਿਸੇ ਦੀਆਂ ਕਈ ਥਾਵਾਂ ਤੇ ਘੁੰਮ ਰਹੀ ਹੈ। ਨਹੀਂ, ਟਾਈਮ ਤਾਂ ਚੱਲ ਰਿਹਾ ਨਾ ਜੀ। ਸਰ ਤੇਰਾ ਗੁਰਦਾਸਪੁਰ ਤੋਂ ਐਕਸੀਡੈਂਟ ਹੋਏ ਨੇ ਸਰ ਉਹਦੇ ਬਾਅਦ ਸਰ ਜਿਸ ਤਰ੍ਹਾਂ ਤਸਦੀਕੇ ਦੀ ਵੀਡੀਓ ਚਲਾਈ ਗਈ ਹੈ ਤਸਦੀਕੇ ਦੇ ਵਿੱਚ ਜਿਸ ਨੂੰ ਗਨ ਕਲਚਰ ਦੀ ਗੱਲ ਕਰਦੇ ਆ, ਉਹ ਸਾਰੀ ਗੱਲ ਕਰਦੇ ਆ ਸਰ, ਕੋਈ ਜਿਹੜੀ ਇਨਸੀਡੈਂਟ ਹੋਏ ਨੇ ਜਾਂ ਪਿੱਛੇ ਵੀ ਜਿਹੜੇ ਕਤਲ ਹੋਏ ਨੇ ਉਹਨਾਂ ਦੇ ਵਿੱਚ ਬੇਸਿਕਲੀ ਤਾਂ ਲਾਇਸੈਂਸ ਵੈਪਨ ਦਾ ਯੂਜ਼ ਨਹੀਂ ਹੋਇਆ। ਇੱਕ ਗੱਲ, ਦੂਸਰੀ ਗੱਲ ਸਰ, ਜਦੋਂ ਵੀ ਨੋਟੀਫਿਕੇਸ਼ਨ ਕੋਈ ਵੀ ਹੁੰਦੀ ਹੈ ਤੇ ਵਿਦ ਦਾ ਇਮੀਡੀਏਟ ਇਫੈਕਟਿਵ ਵਰਡ ਜਿਹੜਾ ਅਫੀਸ਼ੀਅਲ ਹੁੰਦਾ ਹੈ, ਜਦੋਂ ਇਹ ਕੀਤਾ ਗਿਆ ਤੇ ਜਿਹੜੇ ਰਜਿਸਟਰ ਹੋ ਰਹੇ ਨੇ ਜਿਹਨੂੰ ਸ਼ੋਕੇਸ ਗੱਲ ਕਰਨ ਦੀ ਗੱਲ ਕਰ ਰਹੇ ਆ ਜਾਂ ਜਿਹਨੂੰ ਗਲੋਰੀਫਿਕੇਸ਼ਨ ਦੀ ਗੱਲ ਕਰ ਰਹੇ ਆ, ਉਹ ਤਾਂ ਉਸ ਤੋਂ ਬਹੁਤ ਸਾਲ ਪਿੱਛੇ ਦੇ ਨੇ। ਰੈਟਰੋਸਪੈਕਟਿਵ ਤਾਂ ਕੋਈ ਚੱਲਦੀ ਮੈਂ ਤਦੇ ਤੁਹਾਨੂੰ ਕਹਿ ਰਿਹਾ ਜੀ, ਤਦੇ ਤਾਂ ਆਪਾਂ ਆਹੀ ਤਾਂ ਉਹੀ ਇਸ਼ੂ ਆਪਾਂ ਦੁਬਾਰਾ ਡਿਸਕਸ ਕਰ ਰਹੇ ਹਾਂ ਕਿ ਜੇ ਕਿਸੇ ਦੇ ਅਕਾਊਂਟ 'ਚ ਹੈਗਾ ਹੈ ਉਹ ਉਹਨੂੰ ਡਿਲੀਟ ਕਰ ਦੇਵੇ। ਜੇ ਕੋਈ ਕਿਸੇ ਦੇ ਅਕਾਊਂਟ 'ਚ ਆਪਣੇ 'ਚ ਨਹੀਂ ਆ, ਕਾਨੂੰਨੀ ਤੌਰ ਤੇ ਤਾਂ ਉਹਦਾ ਕਸੂਰ ਨਹੀਂ ਬਣਦਾ। ਜੇ ਆਪਣੇ ਅਕਾਊਂਟ ਤੋਂ ਕੋਈ ਅਪਲੋਡ ਕਰ ਰਿਹਾ ਫਿਰ ਹੀ ਉਹ ਕਸੂਰਵਾਰ ਹੈ। ਜੇ ਕਿਸੇ ਹੋਰ ਤੇ ਉਹਦੇ ਨੋਟਿਸ 'ਚ ਲਿਆਂਦਾ ਜਾ ਸਕਦਾ। ਤਦੇ ਮੈਂ ਇਹ ਗੱਲ ਬਾਰ-ਬਾਰ ਕਰ ਰਿਹਾ ਕਿ ਜਦੋਂ FIR ਦਰਜ ਕਰਨੀ ਆ ਉਦੋਂ ਇੱਕ ਵਾਰੀ ਪ੍ਰੀਲਿਮਿਨਰੀ ਤੌਰ ਤੇ ਐਸਟੈਬਲਿਸ਼ ਕਰ ਲਿਆ ਜਾਵੇ ਕਿ ਵੀ ਜਿਹੜੇ ਬੰਦੇ ਦੀ ਫੋਟੋ ਜਾਂ ਵੀਡੀਓ ਹੈਗੀ ਆ ਕੀ ਵਾਕਈ ਉਹਨੇ ਅਪਲੋਡ ਕੀਤੀ ਆ। ਇਹਨੂੰ ਐਸਟੈਬਲਿਸ਼ ਕਰਨ ਦੇ ਵਿੱਚ ਥੋੜਾ ਹੀ ਟਾਈਮ ਲੱਗਦਾ, ਜ਼ਿਆਦਾ ਟਾਈਮ ਨਹੀਂ ਲੱਗਦਾ। ਜਲੰਧਰ ਦੇ ਵਿੱਚ ਅੱਜ ਹੀ ਇੱਕ ਬੌਂਸਰ ਸੋਨੂੰ ਲਾਰੈਂਸ ਦਾ ਕਰੀਬੀ ਮੰਨਿਆ ਜਾ ਰਿਹਾ, ਗੋਲੀਆਂ ਮਾਰ ਕੇ ਕਤਲ ਕੀਤਾ ਹੈ। ਲਾਅ ਐਂਡ ਆਰਡਰ ਨੂੰ ਕਿਵੇਂ ਦੇਖਦੇ ਹੋ? ਨਹੀਂ, ਦੇਖੋ ਇਨਸੀਡੈਂਟਸ ਤਾਂ ਹੋਇਆ, ਬੰਦਾ ਅਰੈਸਟ ਹੋ ਗਿਆ ਜੀ। ਇਹ ਤਾਂ ਇਨਸੀਡੈਂਟਸ ਤਾਂ ਆਪਾਂ ਕੋਈ ਵੀ ਕਿਤੇ ਵੀ ਇਹ ਨਹੀਂ ਕਹਿ ਸਕਦੇ ਕਿ ਨਹੀਂ ਹੋਣਾ ਇੰਸੀਡੈਂਟ ਉਹ ਤਾਂ, ਪਰ ਇਹਦੇ ਵਿੱਚ ਜਿਹੜਾ ਤੁਸੀਂ ਸਪੈਸੀਫਿਕ ਗੱਲ ਕਰ ਰਹੇ ਹੋ, ਦੇਖੋ ਇਹ ਅਜੇ ਤਾਂ ਜਦੋਂ ਇਨਵੈਸਟੀਗੇਸ਼ਨ ਹੋਏਗੀ ਉਹਦੇ ਪਤਾ ਲੱਗੇਗਾ ਨਾ। ਲਾਇਸੈਂਸਡ ਵੈਪਨ ਨਹੀਂ, ਮੈਨੂੰ ਨਹੀਂ ਪਤਾ ਉਹ ਲਾਇਸੈਂਸਡ ਦਾ ਅਨਲਾਇਸੈਂਸਡ ਉਹ ਤਾਂ ਤਫਤੀਸ਼ ਹੋਏਗੀ ਤਦ ਪਤਾ लगेगा। ऐसा आ रहा है कि जो हार्डकोर क्रिमिनल्स हैं उनको साउथ की जेलों में शिफ्ट करने का NIA की तरफ से कुछ ऐसा कहा गया है। देखो जब तक कोई ऑफिशियल हमारे पास नहीं आता, आई कैन नॉट से। अब तक ऑफिशियल नहीं है। इट वाज इन द न्यूज़पेपर, इवन आई हैव आल्सो रेड इन द न्यूज़पेपर। जैसा कि केस आया बठिंडा का कि 12-13 वेपन बाहर खाने से मुंशी ते FIR दर्ज हुई है, वो हजे फरार है। लेकिन वो ਜਿਹੜੇ ਵੈਪਨ ਜਿਹੜੇ ਗਾਇਬ ਹੋਏ ਮਾਮਲੇ ਕਾਫੀ ਮਤਲਬ ਕਹਿ ਸਕਦੇ ਬੱਤੀ ਹੋ ਜਾਂ ਇੱਕ ਦੇਖੋ ਉਹ ਜਿਹੜਾ ਇਨਸੀਡੈਂਟ ਹੋਇਆ ਨਾ ਜੀ, ਉਹ ਤਾਂ ਗ੍ਰੋਸ ਇਰੈਗੂਲਰਿਟੀ ਆ। ਮੁਨਸੀ ਜਿਹੜਾ MHC ਸੀਗਾ ਸੰਦੀਪ ਸਿੰਘ, ਉਹਦੇ ਖਿਲਾਫ FIR ਦਰਜ ਹੋਈ ਹੈ, ਅਰੈਸਟ ਵੀ ਹੋਏਗਾ। ਉਹਨੇ ਕੀ ਕੀਤਾ ਵੈਪਨਸ ਦਾ, ਐਂਡ ਆਈ ਥਿੰਕ ਉਹਦੇ ਚ SSP ਸਾਹਿਬ ਆਪਣੀ ਸੁਪਰਵਿਜ਼ਨ ਚ ਇਨਵੈਸਟੀਗੇਸ਼ਨ ਕਰਾ ਰਹੇ ਆ। ਐਂਡ ਵੀ ਵਿਲ ਆਲਸੋ ਰਿਕਮੈਂਡ ਕਿ ਇਹਨੂੰ ਸੀਨੀਅਰ ਲੈਵਲ ਦੇ ਉੱਤੇ ਕਿਸੇ SP ਲੈਵਲ ਦੇ ਉੱਤੇ ਦੀ ਪ੍ਰੋਪਰ ਤਹਿ ਤੱਕ ਜਾ ਕੇ ਇਨਵੈਸਟੀਗੇਸ਼ਨ ਕੀਤੀ ਜਾਵੇ। ਸਾਰੀ ਜਿਹੜੀ ਹਰ ਮਹੀਨੇ ਜਾਂ 15 ਦਿਨ ਬਾਅਦ ਤੁਹਾਡਾ ਜਿੱਦਾਂ ਵੀ ਪ੍ਰੋਟੋਕਾਲ ਹੁੰਦਾ ਹੈ, ਸਾਰਾ ਚੈਕਿੰਗ ਹੁੰਦੀ ਹੈ। SHO ਲੈਵਲ ਤੇ ਜਿਉਂ ਤੁਸੀਂ ਲਾਉਂਦੇ ਹੋ ਜਾਂ ਫਿਰ DIG, ਇਹ ਸਾਰੀ ਚੈਕਿੰਗ ਦੇਖੋ ਹੁੰਦੀ ਆ, ਬਟ ਹੁਣ ਜੇ MHC ਜਿਹੜਾ ਕਸਟੋਡੀਅਨ ਆ ਉਸ ਪ੍ਰਾਪਰਟੀ ਦਾ, ਕਿਉਂਕਿ ਮਾਲਖਾਨੇ ਦਾ ਇੱਕ ਛੋਟਾ ਇੰਚਾਰਜ ਹੁੰਦਾ ਹੈ, ਮੇਨ MHC ਜਿਹੜਾ ਹੁੰਦਾ ਪੁਲਿਸ ਸਟੇਸ਼ਨ ਦਾ, ਉਹ ਓਵਰਆਲ ਇੰਚਾਰਜ ਹੁੰਦਾ ਉਹਦਾ। ਸੋ ਜੇ ਉਹ ਕਿਤੇ ਮਿਕਸ ਅਪ ਹੋ ਗਿਆ ਹੁਣ ਇਸ ਪਾਰਟਿਕੂਲਰ ਇਸ਼ੂ ਦੇ ਵਿੱਚ, ਤਾਂ ਮੈਂ ਕਹਿ ਰਿਹਾ ਇਹਦੇ ਵਿੱਚ ਕੀ ਕਿਸ ਲੈਵਲ ਤੱਕ ਦਾ ਲੈਟ ਸੀਗਾ। ਕ੍ਰਿਮੀਨਲ ਐਕਸ਼ਨ ਤਾਂ ਹੋ ਗਿਆ ਉਹਦੇ ਖਿਲਾਫ, MHC ਦੇ ਖਿਲਾਫ ਐਸਟੈਬਲਿਸ਼ ਹੋ ਗਿਆ। ਜਿਹੜੇ ਬੰਦੇ ਤੋਂ ਵੈਪਨ ਫੜਿਆ ਗਿਆ ਸੀਗਾ ਉਹਨੇ ਦੱਸਤਾ ਕਿ ਵੀ ਵੈਪਨ ਮੈਂ ਕਿੱਦਾਂ ਲਿਆਂਦਾ ਸੀਗਾ, ਉੱਥੋਂ ਹੀ ਪਿੱਛੇ ਨੂੰ ਗਈ, ਪ੍ਰੀਲਿਮਿਨਰੀ ਇਨਕੁਆਇਰੀ ਹੋਈ, FIR ਦਰਜ ਹੋ ਗਈ। ਫਰਦਰ ਹੋਰ ਕਿਸੇ ਦਾ ਵੀ ਲੈਪਸ ਹੋਏਗਾ ਜਾਂ ਕਿਸੇ ਹੋਰ ਦੀ ਇਨਵੋਲਵਮੈਂਟ ਹੋਏਗੀ, ਉਹ ਆਪਣੇ ਆਪ ਇਨਵੈਸਟੀਗੇਸ਼ਨ ਸਿੱਧੂ ਮੂਸੇਵਾਲਾ ਦੇ ਪਿਤਾ DGP ਪੰਜਾਬ ਨਾਲ ਮੁਲਾਕਾਤ ਕਰਕੇ ਜਾਂਦੇ ਨੇ, ਉਸ ਤੋਂ ਬਾਅਦ ਦੇ ਵਿੱਚ ਜਾਂਦੇ ਨੇ, ਤਾਂ ਫਿਰ ਆਉਂਦੇ ਨੇ ਕਰਾ ਕੇ ਕਹਿੰਦੇ ਨੇ ਕਿ ਮੈਨੂੰ ਹੁਣ ਲੱਗਦਾ ਇਨਸਾਫ ਮਿਲ ਜਾਏਗਾ। ਕੀ ਲੱਗਦਾ ਕਿ ਪੰਜਾਬ, ਮੈਂ ਤਾਂ ਹਮੇਸ਼ਾ ਤੋਂ ਕਹਿ ਰਿਹਾ ਜੀ, ਪੰਜਾਬ ਪੁਲਿਸ ਕਮਿਟਡ ਆ ਸਿਕਿਉਰਿਟੀ ਵਾਸਤੇ ਵੀ ਉਹਨਾਂ ਦੀ ਵਾਸਤੇ, ਔਰ ਇਸ ਕੇਸ ਨਹੀਂ ਉਹ ਸਪੈਸੀਫਿਕ ਤੁਹਾਨੂੰ AGTF ਜਿਹੜੀ ਟੀਮ ਹੈ ਨਾ ਜੀ ਉਹ ਕਰ ਰਹੀ ਹੈ, ਬਟ ਵੀ ਆਰ ਕਮਿਟਡ ਕਿ ਜਸਟਿਸ ਵਾਸਤੇ ਵੀ ਐਂਡ ਉਹਨਾਂ ਦੀ ਸਿਕਿਉਰਿਟੀ ਇਨਸ਼ੋਰ ਕਰਨਾ। ਸਰ ਇੱਕ ਸਵਾਲ ਹੈ ਕਿ ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਕਿ ਜਿਨ੍ਹਾਂ ਦੀਆਂ ਪੁਰਾਣੀਆਂ ਫੋਟੋਜ਼ ਨੇ ਉਹ ਡਿਲੀਟ ਕਰ ਦੇਣ, ਲੇਕਿਨ ਬਹੁਤ ਸਾਰੇ ਅਕਾਊਂਟਸ ਐਸੇ ਨੇ ਜਿਹੜੇ ਲੋਕਾਂ ਨੂੰ ਪਾਸਵਰਡ ਭੁੱਲ ਗਏ ਨੇ ਜਾਂ ਉਹਨਾਂ ਦੇ ਅਕਾਊਂਟ ਇਸ ਵਕਤ ਐਕਟਿਵ ਨਹੀਂ ਨੇ, ਉਹ ਕਿਸ ਤਰੀਕੇ ਦੇ ਨਾਲ ਤੁਸੀਂ ਦੇਖੋ ਮੈਂ ਦੁਬਾਰਾ ਇੱਕੋ ਗੱਲ ਕਰ ਰਿਹਾ ਫਿਰ ਕਿ ਜਦੋਂ ਕਿਸੇ ਤੇ ਕਾਰਵਾਈ ਕਰਨੀ ਆ, ਸਭ ਤੋਂ ਜਿਹੜਾ ਕਿਸੇ ਡਿਸਟ੍ਰਿਕਟ 'ਚ ਹੋਏਗੀ, ਕਿਸੇ ਪਾਰਟਿਕੂਲਰ ਯੂਨਿਟਸ ਹੋਏਗੀ, ਉਹਨਾਂ ਨੂੰ ਤਦੇ ਇਹ ਕਿਹਾ ਗਿਆ ਕਿ ਪ੍ਰੀਲਿਮਿਨਰੀ ਐਟਲੀਸਟ ਆਪਣੀ ਤਸੱਲੀ ਕਰ ਲੈਣ ਕਿ ਇਹਦੇ 'ਚ ਵਾਕਈ ਉਹਦਾ ਕਸੂਰ ਆ। ਸੋ ਜਿੱਥੇ ਇਦਾਂ ਦੀ ਗੱਲ ਕਿਸੇ ਦੀ ਹੈਗੀ ਆ, ਉਹ ਆਪਣੇ ਕੰਸਰਨ ਪੁਲਿਸ ਸਟੇਸ਼ਨ ਦੇ ਨੋਟਿਸ 'ਚ ਲਿਆ ਸਕਦਾ। ਸਪੋਜ਼ ਤੁਹਾਡਾ ਅਕਾਊਂਟ ਨਹੀਂ ਹੈਗਾ, ਤੁਹਾਡੀ ਫੋਟੋ ਅਜੇ ਵੀ ਸੋਸ਼ਲ ਮੀਡੀਆ ਤੇ, ਤੁਸੀਂ ਉਹਨਾਂ ਦੇ ਨੋਟਿਸ 'ਚ ਲਿਆ ਸਕਦੇ ਆ।
ਐਂਡ ਈਵਨ ਤੁਸੀਂ ਸਾਈਬਰ ਕ੍ਰਾਈਮ ਜਾਂ ਸਾਈਬਰ ਸੈੱਲ ਦੀ ਹੈਲਪ ਲੈ ਸਕਦੇ ਹੋ। ਮੇਨ ਆਪਣਾ ਮੋਟਿਵ ਕੀ ਹੈ ਸਭ ਦਾ ਜੀ, ਕਿਸੇ ਦੇ ਖਿਲਾਫ ਕਾਰਵਾਈ ਕਰਨਾ ਮੋਟਿਵ ਨਹੀਂ ਹੈ, ਮੋਟਿਵ ਹੈ ਕਿ ਆਪਣੀ ਸੁਸਾਇਟੀ ਨੂੰ ਇਸ ਪਾਸੇ ਤੋਂ ਪਿੱਛੇ ਲੈ ਕੇ ਜਾਣਾ, ਇਸ ਚੀਜ਼ ਤੋਂ ਕਿ ਕੋਈ ਵੈਪਨਸ ਨੂੰ ਗਲੋਰੀਫਾਈ ਨਾ ਕਰੇ, ਬੱਚਿਆਂ ਦੇ ਉੱਤੇ ਯੰਗਸਟਰਸ ਦੇ ਉੱਤੇ ਉਹਦਾ ਬੁਰਾ ਪ੍ਰਭਾਵ ਨਾ ਪਵੇ। ਸੋ ਉਹਦੇ ਲਈ ਤਾਂ ਸਾਨੂੰ ਸਾਰਿਆਂ ਦੀ ਕੋਆਪਰੇਸ਼ਨ ਦੀ ਜ਼ਰੂਰਤ ਹੈ, ਬਲਕਿ ਹਰ ਸਿਟੀਜ਼ਨ ਦੀ ਕੋਆਪਰੇਸ਼ਨ ਦੀ ਜ਼ਰੂਰਤ ਹੈ ਇਹਦੇ ਵਿੱਚ। ਜਿਹੜਾ ਬੰਦਾ ਆਪ ਆ ਕੇ ਕਹੇ ਕਿ ਮੇਰੀ ਫੋਟੋ ਡਿਲੀਟ ਕਰਨ 'ਚ ਮੇਰੀ ਮਦਦ ਕਰੋ, ਉਸ ਤੋਂ ਵਧੀਆ ਕੀ ਹੋ ਸਕਦਾ। ਸੋ ਇਹ ਕਰਨਾ ਚਾਹੀਦਾ ਹਰ ਇੱਕ ਨੂੰ। ਸਾਈਬਰ ਕ੍ਰਾਈਮ ਨੂੰ ਵੀ ਚਾਹੀਦਾ ਕਿ ਲੋਕਾਂ ਨੂੰ ਜੇਕਰ ਅਪਰੋਚ ਹੈਗਾ ਤਾਂ ਮੈਸੇਜ ਪਾ ਸਕਦਾ ਕਿ ਦਿਖੇ ਮੈਂ ਉਹੀ ਕਹਿ ਰਿਹਾ, ਜਿਉਂ-ਜਿਉਂ ਆਪਾਂ ਡਿਸਕਸ ਕਰ ਰਹੇ ਹਾਂ ਨਾ ਜੀ, ਕੋਈ ਨਵੀਂ ਚੀਜ਼ ਵਿੱਚ ਆਉਂਦੀ ਹੈ। Kindly simplify one thing. Now the police will take action against the singers who will try to glorify the weapons in the song. Yes, ਮੈਂ ਤੁਹਾਨੂੰ ਕਹਿ ਰਿਹਾ ਜੀ, ਜਿਹੜੀਆਂ ਹਦਾਇਤਾਂ ਕਲੀਅਰ ਆ, ਬਿਲਕੁਲ ਹੋਏਗਾ। ਜੋ ਇੱਕ FIR ਵੈਪਨਸ ਨੂੰ ਸੈਲਫ ਡਿਫੈਂਸ ਤੋਂ ਇਲਾਵਾ ਯੂਜ਼ ਕਰਨਾ ਕਿਸੇ ਵੀ ਤਰ੍ਹਾਂ ਦਾ, ਜਾਂ ਵੈਪਨ ਨੂੰ ਮਿਸਯੂਜ਼ ਕਰਨਾ, ਦੈਟ ਇਜ਼ ਗਲੋਰੀਫਿਕੇਸ਼ਨ। ਸਰ ਇਨ ਦੈਟ ਕੇਸ ये रेट्रोस्पेक्टिव होगा ਸਰ ਨਹੀਂ ਜੀ, ਨਹੀਂ, ਲਾਅ ਰੈਟਰੋਸਪੈਕਟਿਵ ਨਹੀਂ ਹੁੰਦਾ। ਜੇ ਤੁਸੀਂ, ਮੈਂ ਉਹੀ ਕਹਿ ਰਿਹਾ, ਰੈਟਰੋਸਪੈਕਟਿਵ ਨਹੀਂ ਹੁੰਦਾ, ਜੇਕਰ ਹਮੇਸ਼ਾ ਅੱਗੇ ਵਾਸਤੇ ਹੁੰਦਾ। सर एक FIR आपने गन कल्चर को लेकर की है, सिंगर के खिलाफ आपने अभी बताया कौन है वो, कौन सी फिल्म है ਕਿਹੜੇ ਵਾਲਾ ਜੀ? आपने कहा कि FIR की है ਸਪੈਸਿਫਿਕ ਨਹੀਂ ਪਤਾ ਜੀ। ਇੱਕ FIR ਦਰਜ ਹੋਈ, ਮੈਂ ਤੁਹਾਨੂੰ ਜ਼ਿਲ੍ਹੇ ਦਾ ਨਾਮ ਦੱਸ ਦਿੰਦਾ। ਜਗਰਾਉਂ ਸੀ ਰਾਜ singer ਦੇ ਵੀ ਇੱਕ ਫਿਰੋਜ਼ਪੁਰ ਦੇ ਵਿੱਚ ਦਰਜ, ਨਹੀਂ ਉਹ ਹੇਟ ਸਪੀਚ ਹੋਈ ਹੈ। ਹਾਂ, ਲੁਧਿਆਣਾ ਰੂਰਲ ਦੇ ਵਿੱਚ ਹੋਈ। ਉਹੀ ਜਿਹੜਾ ਤੁਸੀਂ ਕਹਿ ਰਹੇ ਹੋ। ਅੱਛਾ ਜੀ, ਗਿੱਲ ਸਾਹਿਬ ਆਮ ਤੌਰ ਤੇ ਜਿਹੜੇ ਹਥਿਆਰ ਹੁੰਦੇ ਆ ਉਹ ਬਾਅਦ ਚ ਟੋਏ ਗਨ ਬਣ ਜਾਂਦੇ ਆ, ਜਦੋਂ ਕਿਤੇ ਜਿਹੜਾ ਦਰਦ ਹੁੰਦੀ ਹੈ ਟੋਏ ਗਨ ਨਿਕਲਦੇ ਫਿਰ ਉਹ ਬਰੀ ਹੋ ਜਾਂਦੇ ਜੀ। ਮੈਂ ਕਹਿ ਰਿਹਾ ਜੀ, ਉਹ ਸਪੈਸਿਫਿਕ ਗੱਲ ਕਰਨੀ ਹੋਣੀ, ਤੁਹਾਨੂੰ ਪਤਾ, ਤੁਹਾਨੂੰ ਕਹਿ ਰਿਹਾ ਇਟਸ ਪਾਰਟ ਆਫ ਇਨਵੈਸਟੀਗੇਸ਼ਨ। ਨਹੀਂ, ਅਜੇ ਨਾ ਭਾਈ ਸਾਹਿਬ ਇਹਦਾ ਦੇਖੋ, ਲਾਇਸੈਂਸ ਜਿਹੜੇ ਇਸ਼ੂ ਕੀਤੇ ਜਾਂਦੇ ਡਿਪਟੀ ਕਮਿਸ਼ਨਰ ਵੱਲੋਂ ਕੀਤੇ ਜਾਂਦੇ ਆ, ਕਮਿਸ਼ਨਰ ਸਾਹਿਬ ਵੱਲੋਂ ਕੀਤੇ ਜਾਂਦੇ ਆ, ਉਹ ਡਾਟਾ ਸੈਂਟਰਲਾਈਜ਼ਡ ਹੈ ਨਹੀਂ ਸਾਡੇ ਕੋਲ ਅਜੇ। ਔਰ ਲਾਇਸੈਂਸ ਕੈਂਸਲ ਕਰਨ ਦਾ, ਰਿਮੂਵ ਕਰਨ ਦਾ ਇੱਕ ਪ੍ਰੋਸੀਜਰ ਹੁੰਦਾ ਹੈ, ਨੋਟਿਸ ਇਸ਼ੂ ਹੁੰਦਾ ਹੈ, ਫਿਰ ਕੈਂਸਲ ਹੁੰਦਾ ਹੈ, ਸੋ ਉਹ ਟਾਈਮ ਲੱਗੇਗਾ। ਸਰ ਸਲਿੰਡਰ ਕਰਦੇ ਆ ਹੁਣ ਜਿਹੜਾ ਕੋਈ ਵੀ ਲਾਇਸੈਂਸ ਵੈਪਨ ਲਾਇਸੈਂਸ ਹੈ ਨਾ, ਉਹਦੇ ਜਿਹੜੇ ਸਾਰੇ ਪੈਰਾਮੀਟਰ ਨਹੀਂ, ਜਿਹੜਾ ਐਕਟ ਹੈਗਾ ਜੀ, ਉਹ ਐਕਟ ਦੇ ਮੁਤਾਬਕ ਹੀ ਆ। ਉਹਦੇ ਵਿੱਚ ਜੋ ਕੰਡੀਸ਼ਨਸ ਆ, ਸਾਰਾ ਕੁਝ ਉਹਦੇ ਵਿੱਚ ਹੈਗਾ ਜੀ। ਉਹ ਤਾਂ ਐਸ ਪਰ ਐਕਟ ਹੀ ਹੋਣਾ, ਜੋ ਵੀ ਲਾਇਸੈਂਸ ਇਸ਼ੂ ਹੋਣਾ। ਸਰ ਇਸ ਤੋਂ ਇੱਕ ਹਟ ਕੇ ਅਲੱਗ ਗੱਲ ਹੈ ਕਿ ਜਿਸ ਤਰੀਕੇ ਨਾਲ ਨਾਇਬ ਤਹਿਸੀਲਦਾਰਾਂ ਵਾਲਾ ਘੁਟਾਲਾ ਹੋਇਆ ਸੀ, 6 ਲੋਕ 5 ਲੋਕ ਉਹਦੇ ਵਿੱਚ ਗ੍ਰਿਫਤਾਰ ਕੀਤੇ ਗਏ ਸੀਗੇ ਚੀਟਿੰਗ ਕਰਾਉਂਦੇ ਹੋਏ, ਉਹਨਾਂ ਦੇ ਉੱਤੇ ਕੀ ਅਪਡੇਟ ਹੈਗੀ ਹੈ? ਨਹੀਂ, ਮੇਰਾ ਉਹਦੇ ਨਾਲ ਕੋਈ ਲਿੰਕ ਨਹੀਂ ਜੀ, ਉਹ ਇੱਕ ਅਲੱਗ ਟੀਮ ਕਰ ਰਹੀ ਹੈ, ਉਹ ਡਾਇਰੈਕਟ ਨਹੀਂ ਸਾਡਾ ਕੋਈ ਲਿੰਕ ਹੈਗਾ। ਉਹ ਅਲੱਗ ਇੱਕ ਟੀਮ ਬਣੀ ਹੋਈ ਹੈ, ਉਹ ਕਰ ਰਹੀ ਹੈ। ਸਰ ਜੇਲ੍ਹਾਂ ਤੋਂ ਲੈ ਕੇ ਲਗਾਤਾਰ ਜਿਹੜੇ ਮੋਬਾਈਲ ਫੋਨ ਸੀ, ਪਹਿਲਾਂ ਵੀ ਅਸੀਂ ਗੱਲ ਕੀਤੀ ਸੀ, ਲੇਕਿਨ ਹੁਣ ਇੱਕ ਨਵਾਂ ਜਿਹੜੀ ਚੀਜ਼ ਸਾਹਮਣੇ ਆਈ ਹੈ ਕਿ ਛੋਟੇ ਜਿਹੜੇ ਚਾਈਨੀਜ਼ ਮੋਬਾਈਲ ਉਹ ਬੜੇ ਈਜ਼ੀ ਵਿਚਾਰੀ ਜਿਹੜੀ ਕਹਿੰਦੀ ਹੁੰਦੇ ਜਿਹੜੇ ਪੀਸੀ ਤੇ ਆਉਂਦੇ, ਛੋਟੇ ਜਿਹੜੇ ਚਾਈਨੀਜ਼ ਮੋਬਾਈਲ ਹੁੰਦੇ, ਉਹ ਜੇ ਬਸ ਪਾ ਕੇ ਜਾਂ ਫਿਰ ਕਿਤੇ ਲੈ ਕੇ ਅੰਦਰ ਯੂਜ਼, ਉਹਨੂੰ ਲੈ ਕੇ ਕੁਝ ਹਦਾਇਤਾਂ ਜਾਂ ਕਿਸ ਤਰ੍ਹਾਂ ਦੀ ਕੋਈ ਨਹੀਂ, ਚੈਕਿੰਗ ਉਹ ਤਾਂ ਜੇਲ੍ਹਾਂ ਦੀ ਤਾਂ ਸਰਪ੍ਰਾਈਜ਼ ਚੈਕਿੰਗ ਆਲਰੇਡੀ ਸਾਡੇ ਵੱਲੋਂ ਹਦਾਇਤਾਂ ਹੈ, ਸਮੇਂ-ਸਮੇਂ ਤੇ ਹੁੰਦੀ ਰਹੇ। ਉਹ ਕਿਸੇ ਮਰਜ਼ੀ ਤਰ੍ਹਾਂ ਦੀ ਡਿਵਾਈਸ ਹੋਵੇ, ਹਰ ਚੀਜ਼ ਨੋਟਿਸ 'ਚ ਆ ਸਕਦੀ ਹੈ, ਜੇ ਪ੍ਰੋਪਰ ਚੈਕਿੰਗ ਉਹ ਚੱਲ ਰਹੀ ਹੋਵੇ। ਠੀਕ ਹੈ ਜੀ, ਥੈਂਕ ਯੂ।